दीन दुनिया दे मालक गुरु नानक साहब प्रगट होए। दुनिया ते उन्हां दा आगाज़ होया। प्रगट होए ने कादे लई? बाणी नूं पुछो, कहंदे भूले कौ गुर मार्ग पाया, अवर त्याग हर भगती लाया। ਜਿਹੜੇ ਲੋਕ ਭੁੱਲ ਗਏ, ਜਿਹੜੇ ਲੋਕ ਕ੍ਰਿਤ ਨੂੰ ਤੇ ਯਾਦ ਕਰਦੇ ਸਨ, ਕਰਤੇ ਨੂੰ ਵਿਸਾਰ ਦਿੱਤਾ। ਠੀਕ ਹੈ, ਦੇਵੀ ਦੇਵਤੇ ਮਹਾਂਪੁਰਸ਼ ਰਹਿਬਰਾਂ ਦਾ ਸਤਿਕਾਰ ਹੈ, ਪਰ ਲੋਕ ਕ੍ਰਿਤ ਦੀ ਪੂਜਾ ਤੇ ਕਰੀ ਗਏ। ਜਿਸ ਅਕਾਲ ਪੁਰਖ ਨੇ ਸਾਰੇ ਸਾਜੇ ਨਵਾਜੇ ਨੇ ਉਹਦਾ ਚੇਤਾ ਭੁਲਾ ਦਿੱਤਾ। ਮੂਰਤੀ ਦਾ ਅਦਬ ਕਰੀ ਗਏ, ਚਿੱਤਰਕਾਰ ਦਾ ਖਿਆਲ ਨਾ ਰਿਹਾ। ਗੁਰੂ ਨਾਨਕ ਸਾਹਿਬ ਉਸ ਚਿੱਤਰਕਾਰ ਨਾਲ ਜੋੜਨ ਆਏ, ਆਪਣੇ ਨਿਰਗੁਣ ਸਰੂਪ ਦੇ ਨਾਲ ਜੋੜਨ ਆਏ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਵਡਾਈ। ਉਹਦੀ ਵਡਿਆਈ ਬੇਅੰਤ ਹੈ। ਜਨਮ ਤੇ ਮਰਨ ਦੀ ਪੀੜਾ ਮਿਟਾਉਣ ਆਏ। ਐਸੇ ਗੁਰੂ ਨਾਨਕ ਸਾਹਿਬ ਦੁਨੀਆ ਤੇ ਪ੍ਰਗਟ ਹੋਏ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਉਪਦੇਸ਼ ਦੇਣ ਵਿੱਚ ਗੁਰੂ ਨਾਨਕ ਨਾਲੋਂ ਵੱਡਾ ਕੋਈ ਗੁਰੂ ਨਹੀਂ ਹੈ। ਫਾਰਸੀ ਦੇ ਪਰਸ਼ੀਅਨ ਦੇ ਬੋਲ ਨੇ ਉਸ ਮਹਾਪੁਰਸ਼ ਦੇ ਦਰ ਇਰਸ਼ਾਦ, ਵਾਹ ਹਦਾਇਤ ਬਾ ਆਲਮੀਆਨ ਕਫਾ, ਦਰ ਜ਼ਮਾਨ ਵਾ ਸਫਾਇਤੇ, ਹਰ ਦੋ ਜਹਾਂ ਰਾ ਉਫਾ। ਇਹਦੇ ਅਰਥ ਸਮਝਿਓ। ਭਾਈ ਨੰਦ ਲਾਲ ਕਹਿੰਦੇ ਗੁਰੂ ਨਾਨਕ ਸਾਹਿਬ ਸੰਸਾਰੀਆਂ ਨੂੰ ਇਰਸ਼ਾਦ ਭਾਵ ਹੁਕਮ ਦੇਣ ਲਈ ਸਾਰਿਆਂ ਨਾਲੋਂ ਉੱਚੇ ਨੇ, ਸਾਰਿਆਂ ਨਾਲੋਂ ਉਹਨਾਂ ਦੀ ਬੁਲੰਦ ਹਸਤੀ ਹੈ। ਇੱਥੇ ਲਫ਼ਜ਼ ਵਰਤਿਆ ਹੈ ਕਫਾ। ਕਫੀ ਕਹਿੰਦੇ ਨੇ ਜਿਹੜਾ ਬਹੁਤਾ ਉੱਚਾ ਹੈ ਦੁਨੀਆ ਤੋਂ। ਜ਼ਮਾਨੇ ਦੇ ਵਿੱਚ ਮਹਾਰਾਜ ਸਭ ਤੋਂ ਉੱਚੇ ਨੇ, ਸਭ ਤੋਂ ਬੁਲੰਦ ਨੇ, ਔਰ ਦਰਗਾਹ ਵਿੱਚ ਵੀ ਸਭ ਤੋਂ ਵੱਧ ਕੇ ਉਹਨਾਂ ਦੀ ਹਾਮੀ ਹੀ ਗਿਣੀ ਜਾਂਦੀ ਹੈ, ਉਹਨਾਂ ਦੀ ਸਿਫਾਰਿਸ਼ ਹੀ ਚੱਲਦੀ ਹੈ। ਲੇਖੇ ਚਾਹੁੰਦਾ ਹੈ ਤੇਰੇ ਨਿਬੜ ਜਾਣ, ਕਰਮਾਂ ਤੇ ਕਾਂਟਾ ਵੱਜ ਜਾਵੇ। ਕਹਿੰਦੇ ਗੁਰੂ ਨਾਨਕ ਦੇ ਚਰਨ ਫੜ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਸਾਰੇ ਦੁੱਖਾਂ ਦੇ ਲੇਖੇ ਉਹ ਨਿਬੇੜ ਦਿੰਦਾ ਹੈ। ਤੇ ਜਦੋਂ ਉਹ ਸਭ ਤੋਂ ਉੱਚੇ ਨੇ ਉਪਦੇਸ਼ ਦੇਣ ਵਾਲੇ, ਜਿਹਨੂੰ ਗੁਰੂ ਨਾਨਕ ਨੇ ਉਪਦੇਸ਼ ਦੇ ਦਿੱਤਾ, ਉਹਨੂੰ ਫਿਰ ਹੋਰ ਕਿਧਰੇ ਸਜਦਾ ਕਰਨ ਦੀ ਲੋੜ ਨਾ ਰਹੀ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਤਿਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਦਾ ਦੇਵ ਗੁਰੂ ਨਾਨਕ ਹੈ, ਮਾਲਕ ਗੁਰੂ ਨਾਨਕ ਹੈ, ਜਿਨ੍ਹਾਂ ਨੂੰ ਉਪਦੇਸ਼ ਗੁਰੂ ਨਾਨਕ ਨੇ ਦਿੱਤਾ ਹੈ, ਉਹਨਾਂ ਨੂੰ ਹੋਰ ਕਿਧਰੇ ਉਪਦੇਸ਼ ਲੈਣ ਦੀ ਲੋੜ ਨਹੀਂ ਰਹੀ। ਗੁਰੂ ਨਾਨਕ ਸਾਹਿਬ ਨੂੰ ਜਿਨ੍ਹਾਂ ਮੁਰਸ਼ਦ ਧਾਰ ਲਿਆ ਹੈ। ਐਸੀਆਂ ਅਗੰਮੀ ਅਜ਼ਮਤਾਂ ਦੇ ਮਾਲਕ ਸਨ ਪਾਤਸ਼ਾਹ। ਜਦੋਂ ਤੁਸੀਂ ਉਹਨਾਂ ਦਾ ਜੀਵਨ ਪੜ੍ਹਦੇ ਹੋ, ਇੱਕ ਗੱਲ ਦੀ ਸਮਝ ਪੈਂਦੀ ਹੈ ਵੀ ਸਾਡੇ ਦੁਨਿਆਵੀ ਲੋਕਾਂ ਵਾਂਗ ਉਹਨਾਂ ਨੂੰ ਪੜ੍ਹਾਈ ਕਰਨ ਦੀ ਜ਼ਰੂਰਤ ਨਹੀਂ ਪਈ। ਬੱਚੇ ਨੂੰ ਲੋੜ ਹੈ ਨਾ ਵਿਦਿਆ ਹਾਸਲ ਕਰਨ ਦੀ, ਸਕੂਲਾਂ ਕਾਲਜਾਂ 'ਚ ਜਾਣ ਦੀ, ਜੀਵਨ ਜਾਚ ਸਿੱਖ ਸਕੇ। ਪਰ ਗੁਰੂ ਨਾਨਕ ਸਤਿਗੁਰੂ ਹੈ, ਉਹ ਤੁਹਾਡੇ ਸਾਡੇ ਨਿਆਣਿਆਂ ਵਰਗਾ ਨਹੀਂ ਹੈ ਵੀ ਉਹਨੂੰ ਪੜ੍ਹਨ ਦੀ ਲੋੜ ਹੈ। ਉਹ ਪੜ੍ਹਾਉਣ ਆਇਆ ਹੈ ਦੁਨੀਆ ਨੂੰ। ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਪੁੱਛੋ ਜੀ ਇਹ ਕੀ ਕਾਰਨ ਹੈ ਵੀ ਕੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਤੋਂ ਹੀ ਪੜ੍ਹੇ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਨਮ ਤੋਂ ਹੀ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਬ੍ਰਹਮ ਦੀ, ਆਪਣੇ ਨਿਰਗੁਣ ਦੀ ਪਹਿਚਾਨ ਵਾਲੇ ਹੋ, ਬ੍ਰਹਮ ਦੇ ਗਿਆਨ ਵਾਲੇ ਹੋ। ਤੁਹਾਨੂੰ ਪੜ੍ਹਨ ਦੀ ਲੋੜ ਨਹੀਂ ਹੈ। ਪਰ ਹੁਣ ਦੁਨੀਆ ਦੇ ਵਿੱਚ ਪ੍ਰਗਟ ਹੋਏ ਨੇ ਤੇ ਬਾਪ ਨੇ ਤੇ ਫਿਰ ਉਹੀ ਕਰਨਾ ਹੈ ਨਾ ਜੋ ਦੁਨੀਆ ਵਿੱਚ ਕੀਤਾ ਜਾਂਦਾ ਹੈ। ਉਹੀ ਕਿਰਤ ਕਰੇਗਾ ਬਾਪ, ਉਹੀ ਕਰਮ ਕਰੇਗਾ। ਹੁਣ ਦੀਨ ਦੁਨੀਆ ਦੇ ਮਾਲਕ ਲੋਕਾਈ ਨੂੰ ਪੜ੍ਹਾਉਣ ਆਏ ਨੇ। ਪਿਤਾ ਨੇ ਵੇਖਿਆ ਹੈ ਵੀ ਇਹਨਾਂ ਦੀ ਉਮਰ ਹੁਣ ਪੜ੍ਹਨ ਦੀ ਹੋ ਗਈ ਹੈ, ਪਾਂਧੇ ਕੋਲ ਲੈ ਜਾਵਾਂ, ਇਹਨਾਂ ਨੂੰ ਪੜ੍ਹਾਵਾਂ, ਪੜ੍ਹ ਪੁੜ ਕੇ ਪਟਵਾਰੀ ਲੱਗ ਜਾਣਗੇ, ਮੇਰੇ ਵਾਲੀ ਨੌਕਰੀ ਕਰਨਗੇ।
देखो ਆਪਾਂ ਦੁਨਿਆਵੀ ਲੋਕ ਹਾਂ, ਵਿਦਿਆ ਬੜੀ ਜ਼ਰੂਰੀ ਹੈ। ਅਧਿਆਤਮਕ ਤੇ ਦੁਨਿਆਵੀ ਦੋਨੇ ਪਾਖੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਜੇ ਤੁਸੀਂ ਦੁਨਿਆਵੀ ਵਿਦਿਆ ਪੜ੍ਹੋਗੇ, ਕੋਈ ਵੱਡੇ ਅਫਸਰ ਲੱਗੋਗੇ, ਆਪਣੀ ਕਮਿਊਨਿਟੀ ਦਾ ਹੀ ਕੋਈ ਫਾਇਦਾ ਕਰੋਗੇ। ਵੈਸੇ ਤਾਂ ਅੱਜ ਕੱਲ੍ਹ ਸਾਡਾ ਸਾਰਿਆਂ ਦਾ ਧਿਆਨ ਕੈਨੇਡਾ ਅਮਰੀਕਾ ਦੌੜਨ ਵੱਲ ਨੂੰ ਹੈ। 12 ਕਰਕੇ ਆਈਲੈਟਸ ਕਰਕੇ ਦੇ ਉਡਾਰੀ ਲਾ ਜਾਈਦੀ ਹੈ। ਪਰ ਮੈਂ ਬੇਨਤੀ ਕਰਦਾ ਹੁੰਨਾ ਵੀ ਠੀਕ ਹੈ, ਜਿਹਨੇ ਬਾਹਰ ਵੀ ਜਾਣਾ ਨਾ, ਸਾਰੀ ਉਮਰ ਪਈ ਹੈ ਪੈਸਾ ਕਮਾਉਣ ਦੇ ਲਈ। ਸਾਡੇ ਬੱਚੇ ਜਾਂਦੇ ਹੀ ਟਰੱਕ ਤੇ ਬਹਿ ਜਾਂਦੇ ਨੇ, ਫੀਸ ਵੀ ਛੱਡ ਦਿੰਦੇ ਨੇ, ਵਿਦਿਆ ਵੀ ਛੱਡ ਦਿੰਦੇ ਨੇ। ਜਿੰਨਾ ਚਿਰ ਤੁਸੀਂ ਕਿਸੇ ਆਫਿਸਰ ਰੈਂਕ ਤੇ ਨਹੀਂ ਨਾ ਬਹਿ ਜਾਂਦੇ, ਜਿੰਨਾ ਚਿਰ ਕਿਸੇ ਦਫ਼ਤਰ 'ਚ ਨਹੀਂ ਬਹਿ ਜਾਂਦੇ, ਪੋਲੀਟੀਕਲੀ ਸਰਗਰਮ ਨਹੀਂ ਹੁੰਦੇ, ਤੁਸੀਂ ਕਮਿਊਨਿਟੀ ਦਾ, ਕੌਮ ਦਾ ਭਲਾ ਨਹੀਂ ਕਰ ਸਕਦੇ। ਟਰੱਕ ਚਲਾ ਕੇ ਪੈਸਾ ਬੜਾ ਬਣਦਾ ਹੈ ਬਾਹਰ, ਕਿਰਤ ਕਰਨੀ ਮਾੜੀ ਨਹੀਂ ਹੈ। ਠੀਕ ਹੈ, ਆਪਣੇ ਲੋਕ ਟਰੱਕ ਚਲਾਉਂਦੇ ਨੇ, ਪਰ ਜਿਨ੍ਹਾਂ ਕੋਲ ਸਮਾਂ ਹੈ ਵਿਦਿਆ ਪੜ੍ਹਨ ਦਾ, ਉਹ ਦਫ਼ਤਰਾਂ ਤੱਕ ਪਹੁੰਚੋਗੇ, ਚੰਗੀ ਵਿਦਿਆ ਲਓਗੇ ਤੇ ਕੋਈ ਆਪਣੇ ਧਰਮ ਦਾ ਸਵਾਰ ਲਓਗੇ। ਇੱਥੇ ਵੀ ਸਾਨੂੰ ਚਾਹੀਦਾ ਹੈ IPS IAS ਐਗਜ਼ਾਮ ਦੇਣੇ ਚਾਹੀਦੇ ਨੇ। ਕੋਈ ਵੱਡੇ ਅਹੁਦੇ ਹੋਣਗੇ ਤੇ ਫੇਰ ਹੀ ਸਿੱਖ ਕਮਿਊਨਿਟੀ ਦਾ ਤੁਸੀਂ ਭਲਾ ਕਰੋਗੇ। ਦੁਕਾਨਾਂ ਵਿੱਚ ਬਹਿ ਕੇ ਕੌਮ ਦੇ ਭਲੇ ਨਹੀਂ ਹੁੰਦੇ, ਰੋਟੀ ਚਲਾਈ ਜਾ ਸਕਦੀ ਹੈ। ਸੋ ਥੋੜ੍ਹਾ ਜਿਹਾ ਬੱਚਿਆਂ ਨੂੰ ਇੱਧਰ ਨੂੰ ਪ੍ਰੇਰੀਏ ਆਪਾਂ, ਅਫਸਰਸ਼ਾਹੀ ਵੱਲ। ਦੀਨ ਦੁਨੀਆ ਦੇ ਮਾਲਕ ਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਦਿਆ ਪੜ੍ਹ, ਜੇ ਪੜ੍ਹੇਗਾ ਤਾਂ ਫਿਰ ਪਰਉਪਕਾਰ ਕਰ ਲਵੇਂਗਾ। ਦੁਨਿਆਵੀ ਵਿਦਿਆ ਜੇ ਆਉਂਦੀ ਹੈ, ਅਫਸਰ ਲਾ ਕੇ ਕੋ ਭਲਾ ਕਰ ਲਵੇਂਗਾ। ਤੇ ਜੇ ਅਧਿਆਤਮਕ ਵਿਦਿਆ ਹੈ ਤੇਰੇ ਕੋਲ, ਫਿਰ ਤੇ ਲੋਕਾਈ ਨੂੰ ਤਾਰ ਸਕਦਾ ਹੈ, ਤੂੰ ਮਹਾਂਪੁਰਸ਼ ਹੋ ਨਿਬੜੇਗਾ। ਖੈਰ, ਦੋਨੇ ਹੀ ਪੱਖ ਸਾਨੂੰ ਪਾਤਸ਼ਾਹ ਨੇ ਸਿਖਾਏ ਨੇ। ਪਰ ਗੁਰੂ ਆਪ ਪਰਮੇਸ਼ਵਰ ਹੈ, ਉਹਨਾਂ ਨੂੰ ਪੜ੍ਹਨ ਦੀ ਲੋੜ ਨਹੀਂ। ਗੋਪਾਲ ਪਾਂਧੇ ਵੱਲ ਨੂੰ ਪਿਤਾ ਲੈ ਕੇ ਜਾਣ ਲੱਗੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ ਨਾਨਕ ਪ੍ਰਕਾਸ਼ ਵਿੱਚ, ਹੇਰਤ ਸੁਤ ਘਾਲੂ ਹਰਖ ਵਿਸਾਲੂ ਪੜ੍ਹਨੋ ਚਿਤੋ ਮਨ ਜਾਨ ਹਮ ਕਾਜ ਵਿਸ਼ੇਖਾ ਸਿੱਖਹਿ ਲੇਖਾ ਬੈਸ ਅਬਹਿ ਪਹਿਚਾਨ। ਸਾਡੀ ਕਾਰ ਕਹਿੰਦੇ ਪਟਵਾਰੀ ਵਾਲੀ ਹੈ, ਕਿਰਤ। ਇਹ ਮੈਥੇਮੈਟਿਕਸ ਪੜ੍ਹ ਲਵੇ, ਲੇਖਾ ਸਿੱਖ ਲਵੇ, ਇਹ ਵੀ ਪਟਵਾਰੀ ਲੱਗ ਜਾਵੇਗਾ। ਇਹਦੀ ਉਮਰ ਹੋਈ ਹੈ ਹੁਣ। ਬਾਹੋਂ ਫੜ ਲਿਆ। ਉੱਥੇ ਪਾਂਧਾ ਸੀ ਪਿੰਡ ਵਿੱਚ ਗੋਪਾਲ, ਉਹਦੇ ਵੱਲ ਚੱਲ ਪਏ। ਆਪ ਪਾਸੇ ਟਿਕ ਗਏ, ਆਪਣੇ ਫਰਜ਼ੰਦ ਨੂੰ ਗੋਪਾਲ ਪਾਂਧੇ ਦੇ ਸਾਹਮਣੇ ਬਿਠਾ ਦਿੱਤਾ। ਉਹ ਖੁਸ਼ ਬੜਾ ਹੈ ਵੀ ਅਫਸਰ ਦਾ ਮੁੰਡਾ ਮੇਰੇ ਕੋਲ ਪੜ੍ਹਨ ਆਇਆ ਹੈ। ਹੁਣ ਜਿਹਦੇ ਕੋਲ ਅਫਸਰ ਦਾ ਮੁੰਡਾ ਪੜ੍ਹਨ ਆਇਆ, ਉਹਦੀ ਮਸ਼ਹੂਰੀ ਹੋ ਜਾਣੀ, ਹੋਰ ਵੀ ਲੋਕ ਪੜ੍ਹਨ ਆਇਆ ਕਰਨਗੇ, ਉਹਦੀ ਕਮਾਈ ਵਧੇਗੀ। ਹੁਣ ਸੋਚਦਾ ਹੈ ਵੀ ਜੇ ਇਹਨੂੰ ਚੰਗੀ ਵਿਦਿਆ ਦੇਵਾਂ ਤੇ ਮੇਰੀ ਜੈ ਜੈਕਾਰ ਹੋਵੇਗੀ। ਪਟਵਾਰੀ ਦੀ ਸਾਂਝ ਬੜੀ ਹੈ, ਹੋਰ ਬੱਚੇ ਮੇਰੇ ਇੱਥੇ ਵਿਦਿਆਲੇ ਵਿੱਚ ਲੈ ਕੇ ਆਵੇਗਾ। ਬਿਠਾ ਲਿਆ ਹੈ ਪਾਸ। ਤੇ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਗੋਪਾਲ ਪਾਂਧਾ ਜੀ ਵੀ ਪਿੱਛੇ ਪਿੱਛੇ ਬੋਲੋ। ਪਹਿਲਾ ਦਿਨ ਜਿਹੜਾ ਅਲਫਾਜ਼ ਗਲੂਏ ਚੋਂ ਪਾਂਧਾ ਕੱਢਦਾ ਹੈ, ਗੁਰੂ ਨਾਨਕ ਸਾਹਿਬ ਪਿੱਛੇ ਬੋਲ ਦਿੰਦੇ ਨੇ। ਸੋਚਦਾ ਹੈ ਵੀ ਇਹਨੂੰ ਅਲਫਾਜ਼ ਗੰਢਣੇ ਵੀ ਨਹੀਂ ਪੈਂਦੇ, ਜਿੱਦਾਂ ਮੈਂ ਬੋਲਦਾ ਉਸੇ ਤਰ੍ਹਾਂ ਬੋਲ ਦਿੰਦਾ ਹੈ। ਅੱਜ ਦਾ ਦਿਨ ਵਧੀਆ ਲੰਘਿਆ ਹੈ। ਪਿਤਾ ਨਾਲ ਘਰੇ ਚਲੇ ਗਏ, ਮਹਿਤਾ ਕਾਲੂ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਅਗਲਾ ਦਿਨ ਚੜ੍ਹਿਆ। ਫਿਰ ਵਾਪਸ ਲੈ ਕੇ ਆਏ ਨੇ ਸਕੂਲੇ ਪੜ੍ਹਾਉਣ ਦੇ ਲਈ। ਜਦੋਂ ਵਿਦਿਆਲੇ ਪਹੁੰਚੇ, ਅੱਜ ਪਾਂਧਾ ਜੋ ਵੀ ਬੋਲਦਾ ਹੈ ਗੁਰੂ ਨਾਨਕ ਸਾਹਿਬ ਪਿੱਛੇ ਨਹੀਂ ਬੋਲਦੇ। ਪਾਂਧੇ ਨੂੰ ਬੜਾ ਗੁੱਸਾ ਹੈ ਵੀ ਕੱਲ ਚੰਗਾ ਭਲਾ ਪਿੱਛੇ ਬੋਲਦਾ ਸੀ, ਅੱਜ ਇਹ ਜ਼ੁਬਾਨ ਹੀ ਨਹੀਂ ਖੋਲ ਰਿਹਾ, ਮੇਰੀ ਤੇ ਹਾਨੀ ਹੋਵੇਗੀ, ਤੋਹੀਨ ਹੋਵੇਗੀ। ਕਹਿੰਦੇ ਪੜ੍ਹ ਲਾ, ਪੜ੍ਹਾਈ ਕਰ ਲੈ, ਪਿਤਾ ਵਾਂਗੂ ਨੌਕਰੀ ਕੋਈ ਕਰ ਲਵੀਂ, ਜ਼ਿੰਦਗੀ ਦਾ ਨਿਰਵਾਹ ਚੱਲ ਪਵੇਗਾ, ਏਦਾਂ ਭੁੱਖੇ ਮਰਨਾ ਹੈ। ਗੁਰੂ ਨਾਨਕ ਸਾਹਿਬ ਕਿਸੇ ਅਗੰਮੀ ਰਸ ਵਿੱਚ ਬੈਠੇ ਹੋਏ ਨੇ। ਗਲੂਏ ਮੁਬਾਰਕ ਤੋਂ ਬੋਲ ਪ੍ਰਗਟ ਹੋਏ, ਪਾਂਧਾ ਜੀ ਜਿਹੜੀ ਪੜ੍ਹਾਈ ਤੁਸੀਂ ਪੜ੍ਹਾ ਰਹੇ ਹੋ, ਕੀ ਇਹ ਦੁੱਖਾਂ ਦਾ, ਰੋਗਾਂ ਦਾ, ਸੋਗਾਂ ਦਾ, ਜਨਮ ਦਾ, ਮਰਨ ਦਾ ਬੇੜਾ ਪਾਰ ਕਰਦੀ ਹੈ? ਕੀ ਇਹ ਤੁਹਾਡੀ ਪੜ੍ਹਾਈ ਨਜ਼ਾਤ ਦਿਵਾਉਂਦੀ ਹੈ, ਮੁਕਤੀ ਦਿਵਾਉਂਦੀ ਹੈ?
ਕੀ ਇਹ ਪੜ੍ਹਾਈ ਕੀਤਿਆਂ ਸਦੀਵੀ ਮਨ ਨੂੰ ਸੁਖ ਮਿਲ ਸਕਦਾ ਹੈ, ਆਨੰਦ ਨਾਲ ਜੀਵਨ ਬਤੀਤ ਹੋ ਸਕਦਾ ਹੈ, ਲਿਬਰੇਸ਼ਨ ਮੁਕਤੀ ਮਿਲ ਸਕਦੀ ਹੈ? ਪਾਂਧਾ ਕਹਿੰਦਾ ਵੀ ਇਹੋ ਜਿਹੀ ਪੜ੍ਹਾਈ ਤੇ ਨਹੀਂ ਆਉਂਦੀ। ਇਹ ਪਤਾ ਹੈ ਵੀ ਜੇ ਪੜ੍ਹ ਲਵੇਂ ਤਾਂ ਕੋਈ ਨੌਕਰੀ ਮਿਲ ਜਾਵੇਗੀ, 4 ਪੈਸੇ ਮਿਲ ਜਾਣਗੇ। ਗੁਰੂ ਸਾਹਿਬ ਕਹਿੰਦੇ ਪੈਸੇ ਦੇ ਨਾਲ ਸਹੂਲਤਾਂ ਖਰੀਦ ਸਕਦਾ ਹੈ, ਸੁੱਖ ਕਰਮਾਂ ਦਾ ਹੈ, ਦੇਣਾ ਪਰਮੇਸ਼ਵਰ ਨੇ ਹੈ, ਮੁਕਤੀ ਦਾਤਾ ਉਹ ਹੈ। ਪਾਂਧਾ ਜੀ ਮੈਂ ਉਹ ਪੜ੍ਹਾਈ ਪੜ੍ਹਦਾ ਹਾਂ ਜਿਹੜੀ ਰੋਗ ਸੋਗ ਮਿਟਾਉਂਦੀ ਹੈ, 84 ਲੱਖ ਜੂਨਾਂ ਤੋਂ ਨਿਜਾਤ ਦਿਵਾਉਂਦੀ ਹੈ, ਜਿਹੜੀ ਕਰਮਗਤ ਬਦਲ ਦਿੰਦੀ ਹੈ, ਜਿਹਦੇ ਨਾਲ ਸੁੱਖ ਹੀ ਸੁੱਖ ਹੈ, ਦੁੱਖ ਵੀ ਸੁੱਖ ਜਾਪਦਾ ਹੈ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਕਹਿੰਦਾ ਮੈਂ ਤੇ ਜਾਣਦਾ ਨਹੀਂ, ਤੁਸੀਂ ਸੁਣਾ ਦਿਓ। ਉਦੋਂ ਫਿਰ ਗੁਰੂ ਨਾਨਕ ਸਾਹਿਬ ਨੇ ਸ੍ਰੀ ਰਾਗ ਮਹੱਲਾ ਪਹਿਲਾ ਪ੍ਰਗਟ ਕੀਤਾ। ਵੇਖੋ ਬਚਪਨਾ ਹੈ, ਹਜੇ ਦੂਜਾ ਦਿਨ ਹੈ ਜਮਾਤ ਦਾ, ਔਰ ਬਾਣੀ ਫੁੱਟ ਪਈ ਅੰਦਰੋਂ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ। ਕਹਿੰਦੇ ਪਾਂਧਾ ਜੀ ਫਿਰ ਇੱਧਰ ਆਓ, ਏਦਾਂ ਕਰੋ, ਆ ਜਿਹੜਾ ਕਹਿੰਦੇ ਹੋ ਨਾ ਪੜ੍ਹ ਲਾ ਮਾਇਆ ਕਮਾ ਲਵੇਂਗਾ, ਜੀਵਨ ਸੌਖਾ ਬਤੀਤ ਹੋਵੇਗਾ। ਕਹਿੰਦੇ ਇਸ ਮਾਇਆ ਦਾ ਮੋਹ ਦਿਓ ਸਾੜ, ਇਸ ਮੋਹ ਨੂੰ ਸਾੜ ਕੇ ਇਹਦੀ ਸ਼ਾਹੀ ਤਿਆਰ ਕਰੋ, ਇਹਨੂੰ ਘਸਾ ਕੇ ਸ਼ਾਹੀ ਬਣਾ ਲਵੋ, ਅਕਲ ਦਾ ਕਾਗਜ਼ ਬਣਾਓ। ਪਾਂਧਾ ਕਹਿੰਦਾ ਫਿਰ ਜੀ ਅੱਗੇ ਪਾਤਸ਼ਾਹ ਕਹਿੰਦੇ ਨੇ ਭਾਓ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਪ੍ਰੇਮ ਦੀ ਕਲਮ ਬਣਾ, ਕਲਮ ਬਣਾ ਕਰਕੇ ਆਪਣੇ ਮਨ ਨੂੰ ਲਿਖਾਰੀ ਲਾ। ਪਾਂਧਾ ਕਹਿੰਦਾ ਮਹਾਰਾਜ ਫਿਰ ਕੀ ਲਿਖਾਂ? ਕਹਿੰਦੇ ਮੇਥੋਂ ਸਿੱਖਿਆ ਲੈ, ਮੇਰੇ ਨਿਰਗੁਣ ਸਰੂਪ ਪਰਮ ਈਸ਼ਵਰ ਦੇ ਗੁਣਾਂ ਨੂੰ ਲਿਖ, ਭਾਵ ਮਨ ਦੇ ਨਾਲ ਜਪ। ਹੁਣ ਗੁਣ ਕੀ ਨੇ ਉਹਦੇ? ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨਾ ਪਾਰਾਵਾਰ, ਉਹਦੀ ਵਡਿਆਈ ਲਿਖ। ਕਰਮ ਨਾਮ ਲਿਖੋ, ਕੀ ਹੁੰਦੇ ਨੇ? ਤੁਹਾਡੇ ਤੇ ਦਇਆ ਕਰਦਾ, ਤਰਸ ਕਰਦਾ, ਤੁਸੀਂ ਉਹਨੂੰ ਦਿਆਲੂ ਕਹਿਤਾ, ਇਹ ਕਰਮ ਨਾਮ ਹੈ ਉਹਦਾ। ਕਿਰਪਾ ਕਰਦਾ, ਤੁਸੀਂ ਉਹਨੂੰ ਕਿਰਪਾਲੂ ਕਹਿ ਦਿੱਤਾ, ਕਰਮ ਨਾਮ ਹੈ ਉਹਦਾ। ਰਹਿਮ ਕਰਦਾ, ਰਹੀਮ ਕਹਿਤਾ ਤੁਸੀਂ, ਇਹ ਸਾਰੇ ਕਰਮ ਨਾਮ। ਜੋ ਜੋ ਸਾਡੇ ਤੇ ਅਹਿਸਾਨ ਕਰਦਾ ਅਸੀਂ ਉਹੀ ਨਾਂ ਰੱਖੇ ਨੇ। ਮਹਾਰਾਜ ਕਿੰਨੇ ਕੁ ਨਾਮ ਜਪਾਂ, ਕਿੰਨਾ ਕੁ ਲਿਖਾਂ ਲੇਖਾ? ਕਹਿੰਦੇ ਅੰਤ ਨਹੀਂ ਹੈ। ਸਾਗਰ ਦਾ ਉਰਲਾ ਕੰਢਾ ਤੇ ਪਰਲਾ ਲੱਭ ਸਕਦਾ ਹੈ, ਜਿਹਨੂੰ ਅਥਾਹ ਕਹਿੰਦੇ ਨੇ ਲੋਕ, ਪਰ ਮੇਰੇ ਨਿਰੰਕਾਰ ਦਾ ਨਾ ਉਰਲਾ ਕੰਢਾ ਹੀ ਹੈ ਕੋਈ, ਨਾ ਪਰਲਾ ਕੰਢਾ ਹੀ ਹੈ। ਇਹੀ ਲਿਖਦੇ ਵੀ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਤੂੰ ਬੇਅੰਤ ਹੈ, ਤੂੰ ਬੇਅੰਤ ਹੈ ਬਾਬਾ। ਇਹੋ ਲੇਖਾ ਲਿਖ ਜਾਣ। ਕਹਿੰਦੇ ਇਹ ਲੇਖਾ ਲਿਖਣਾ ਸਿੱਖ ਲੈ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਕਹਿੰਦੇ ਫਿਰ ਜਦੋਂ ਦੁੱਖ ਆਇਆ ਨਾ, ਦੁੱਖ, ਇਹ ਲੇਖਾ ਜਿਹੜਾ ਲਿਖਿਆ ਹੋਵੇਗਾ ਨਾ, ਪਰਵਾਨਾ ਤੇਰੇ ਕੋਲੇ ਦੁੱਖਾਂ ਤੋਂ ਛਡਾਵੇਗਾ। ਜਦੋਂ ਮੌਤ ਆਈ, ਮੌਤ ਦੇ ਭੈ ਤੋਂ ਇਹ ਪਰਵਾਨਾ ਨਜ਼ਾਤ ਦਵਾਵੇਗਾ। ਜਦੋਂ ਦਰਗਾਹ ਵਿੱਚ ਤੇਰਾ ਹਿਸਾਬ ਹੋਇਆ, ਜੇ ਤੂੰ ਲੇਖਾ ਇਹ ਨਾਮ ਦਾ ਲਿਖਿਆ ਹੋਇਆ, ਤੇ ਤੈਨੂੰ ਨਰਕਾਂ ਤੋਂ ਵੀ ਬਚਾਵੇਗਾ। ਹੁਣ ਤੁਸੀਂ ਕਦੇ ਦੇਖਿਓ ਰੈੱਡ ਲਾਈਟ ਤੇ ਜਦੋਂ ਪੁਲਿਸ ਵਾਲੇ ਘੇਰ ਲੈਣ ਨਾ, ਤੇ ਜਿਨ੍ਹਾਂ ਦੀ ਪਹੁੰਚ ਲੀਡਰਾਂ ਤਾਈਂ ਹੁੰਦੀ ਹੈ, ਉਹ ਜੇਬ ਚੋਂ ਕਾਰਡ ਕੱਢ ਲੈਂਦੇ ਨੇ, ਤੇ ਮੈਂ ਫਲਾਣੇ ਲੀਡਰ ਦਾ ਬੰਦਾ। ਉਹ ਪਰਵਾਨਾ ਵੇਖ ਕੇ ਸਿਕਿਉਰਿਟੀ ਵਾਲੇ, ਪੁਲਿਸ ਵਾਲੇ ਛੱਡ ਦਿੰਦੇ ਵੀ ਜਾ ਭਾਈ, ਤੇਰੇ ਨਾਲ ਮੱਥਾ ਨਹੀਂ ਲਾਉਣਾ। ਕਿਧਰੇ ਵੀ ਦੁੱਖ ਆਇਆ, ਕਿਧਰੇ ਵੀ ਰੋਗ ਆਇਆ, ਕਿਧਰੇ ਵੀ ਸੋਗ ਆਇਆ, ਨਾਮ ਦਾ ਪਰਵਾਨਾ ਇਦਾਂ ਕੰਮ ਕਰਦਾ ਹੈ, ਸਭ ਅੱਗੇ ਲੰਘਦੇ ਜਾਓਗੇ। ਪਾਂਧਾ ਜੀ ਨਜ਼ਾਤ ਤੁਹਾਡੀ ਪੜ੍ਹਾਈ ਨੇ ਨਹੀਂ ਦਿਵਾਉਣੀ, ਨਜ਼ਾਤ ਬ੍ਰਹਮ ਦੇ ਗਿਆਨ ਨੇ ਦਿਵਾਉਣੀ ਹੈ। ਅੱਛਾ, ਪਾਂਧੇ ਦੇ ਗਲੂਏ ਚੋਂ ਇਹ ਬੋਲ ਨਿਕਲੇ, ਕਹਿੰਦਾ ਇਹ ਲੇਖਾ ਤੁਸੀਂ ਜਾਣਦੇ ਹੋ, ਤੇ ਮੈਨੂੰ ਸਮਝ ਲੱਗ ਗਈ ਵੀ ਇਹ ਲੇਖਾ ਤੁਸੀਂ ਦੁਨੀਆ ਨੂੰ ਪੜ੍ਹਾਉਣ ਆਏ ਹੋ, ਤੁਸੀਂ ਪੜ੍ਹਨ ਨਹੀਂ ਆਏ। ਦੀਨ ਦੁਨੀਆ ਦੇ ਮਾਲਕ ਦੀ ਵਡਿਆਈ ਵਿੱਚ ਕਵੀ ਸੰਤੋਖ ਸਿੰਘ ਕਹਿੰਦੇ ਨੇ, ਨਾਨਕ ਪ੍ਰਕਾਸ਼ ਅੰਦਰ ਕਹਿੰਦੇ ਦੇਹ ਧਰਾ ਜਾਂ ਕਾਰਨ ਧਰਨੀ, ਬੈ ਲਗ ਕਰਨ ਲਗੇ ਸੋ ਕਰਨੀ।
ਕਹਿੰਦੇ ਦੇ ਧਰੀ ਸੀ ਦੁਨੀਆ ਤੇ ਬਾਣੀ ਪ੍ਰਗਟ ਕਰਨ ਨੂੰ। ਬੜੀ ਹੈਰਾਨੀ ਹੈ, ਕਵੀ ਜੀ ਕਹਿੰਦੇ ਬਚਪਨ ਤੋਂ ਹੀ ਇਹ ਕਰਮ ਕਰਨ ਲੱਗ ਪਏ ਨੇ। ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ। ਪਾਰੇ ਬ੍ਰਹਮ ਦੇ ਬੋਲ ਬੋਲਣ ਲੱਗ ਪਏ ਨੇ। ਕਿਹੜੇ ਬੋਲ? ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮੇ ਲਾਲੋ। ਜਿਹੜਾ ਗੁਰੂ ਨਾਨਕ ਦੇ ਬੋਲਾਂ ਤੇ ਪਹਿਰਾ ਦਵੇਗਾ, ਜਨਮ ਨਾ ਮਰੈ, ਨਾ ਆਵੇ ਨਾ ਜਾਏ, ਹਰ ਛੇਤੀ ਉਹ ਰਹੈ ਸਮਾਏ। ਉਹਦਾ ਆਵਾਗਮਨ ਮਿਟੇਗਾ, ਉਹਦੇ ਰੋਗ ਸ਼ੋਗ ਮਿਟਣਗੇ, ਉਹ ਪ੍ਰਮਾਤਮਾ ਵਿੱਚ ਅਭੇਦ ਹੋ ਜਾਵੇਗਾ। He remains blended with the Lord, ਖੁਦਾ ਵਿੱਚ ਇਕਮਿਕ ਹੋ ਜਾਵੇਗਾ ਉਹ ਜਿਹੜਾ ਗੁਰੂ ਨਾਨਕ ਦੇ ਗੀਤ ਗਾਵੇਗਾ। ਪੰਡਤ ਜੀ ਇਹ ਬਚਨ ਕਮਾਉਣੇ ਪੈਣੇ ਨੇ। ਨਾਨਕ ਪ੍ਰਕਾਸ਼ ਦੇ ਬੋਲ ਨੇ, ਤਵ ਕਪੋਲ ਕਲ ਬੋਲ ਅਮੁੱਲ ਹੈ, ਜਿਉ ਤਾਲੀ ਗੁਣ ਕੁਲਫਹਿ ਖੋਲੈ। ਅੱਗੇ ਕਵੀ ਜੀ ਕਹਿੰਦੇ ਨੇ, ਵਾਕ ਅਨੋਚਿਤ ਮੈਂ ਜੋ ਬਖਾਨੇ, ਸ਼ਿਮਾ ਕਰੋ ਅਬ ਸ਼੍ਰੀ ਪ੍ਰਭ ਜਾਣੈ। ਪਾਂਦੇ ਨੇ ਪਕੜ ਲਏ ਚਰਨ, ਆਖਣ ਲੱਗਾ ਗੁਰੂ ਨਾਨਕ ਸਾਹਿਬ ਤੁਹਾਡੇ ਬੋਲ ਬੜੇ ਸੁੰਦਰ ਨੇ, ਬੜੇ ਮਹਾਨ ਨੇ, ਅਜ਼ਮਤੀ ਨੇ। ਮੈਂ ਤੁਹਾਡੀ ਸ਼ਾਨ ਵਿੱਚ ਜਿੰਨੇ ਵੀ ਅਯੋਗ ਬਚਨ ਕਹੇ ਨੇ ਮੈਨੂੰ ਮਾਫ ਕਰ ਦਿਓ। ਤੁਸੀਂ ਜਿਹੜਾ ਲੇਖਾ ਪੜਾਉਣ ਆਏ ਹੋ ਉਹ ਲੇਖਾ ਤੇ ਕੋਈ ਜਾਣਦਾ ਹੀ ਨਹੀਂ ਹੈ। ਅਸ ਕਹਿ ਵਾਰ ਵਾਰ ਪਦ ਬੰਦਨ, ਤੁਝ ਦਰਸ਼ਨ ਤ੍ਰੈ ਤਾਪ ਨਿਕੰਦਨ। ਇਦਾਂ ਕਹਿ ਕੇ ਵਾਰ-ਵਾਰ ਚਰਨ ਚੁੰਮੇ ਗੁਰੂ ਨਾਨਕ ਦੇ। ਕਹਿੰਦੇ ਤੁਹਾਡੇ ਦਰਸ਼ਨ ਕੀਤਿਆਂ ਰਜੋ ਤਮੋ ਸਤੋ, ਇਹ ਮਾਇਆ ਦੇ ਪਾਪ ਲੈ ਜਾਂਦੇ ਨੇ, ਰੋਗ ਸੋਗ ਮਿਟ ਜਾਂਦੇ ਨੇ। ਨਾਮ ਧਰਾਇਓ ਕਾਲੂ ਨੰਦਨ, ਨਰ ਤਾਰਨ ਕਲਕੇ ਮਤ ਮੰਦਨ। ਐ ਅਕਾਲ ਪੁਰਖ ਤੂੰ ਆਪ ਕਾਲੂ ਜੀ ਦਾ ਨੰਦਨ ਬਣ ਕੇ ਦੁਨੀਆ ਤੇ ਆਇਆ ਹੈ, ਨਾਨਕ ਬਣਿਆ ਹੈ ਤੂੰ। ਬੜੀ ਵਡਿਆਈ ਕੀਤੀ। ਮਹਿਤਾ ਕਾਲੂ ਜੀ ਨੂੰ ਕਹਿੰਦੇ ਇਹ ਦੁਨੀਆ ਨੂੰ ਪੜਾਉਣ ਆਇਆ ਹੈ, ਪੜਨ ਨਹੀਂ ਆਇਆ। ਕਹਿੰਦੇ ਮਹਿਤਾ ਕਾਲੂ ਜੀ ਸੁਣ ਬੋਲਿਓ, ਮਨ ਸੋ ਕਰ ਬੰਧਨ, ਵਿਦਿਆ ਨਿਪੁੰਨੰ ਕੁਮਤ ਨਿਕੰਦਨ। ਇਹ ਪਾਪਾਂ ਨੂੰ ਮਿਟਾਉਣ ਦੁਨੀਆ ਤੇ ਆਇਆ ਹੈ। ਇਹਨੂੰ ਉਹ ਪੜ੍ਹਾ ਸਕਦਾ ਹੈ ਜਿਹੜਾ ਇਹਦੇ ਨਾਲੋਂ ਵੱਧ ਪੜ੍ਹਿਆ ਹੋਵੇ। ਤੇ ਕਹਿੰਦਾ ਗੁਰੂ ਨਾਨਕ ਨਾਲੋਂ ਵੱਧ ਪੜ੍ਹਿਆ ਦੁਨੀਆ ਤੇ ਹੈ ਕੋਈ ਨਹੀਂ ਹੈ। ਸੁਤ ਕੋ ਸੁਤ ਨਹਿ ਜਾਣਿਓ, ਹੈ ਕਿਹ ਕੋ ਅਵਤਾਰ। ਬਿਨਾ ਪੜ੍ਹੇ ਹੀ ਪੜ੍ਹ ਰਹਿਓ, ਸਭਨ ਪੜ੍ਹਾਵਨ ਹਾਰ। ਕਾਲੂ ਜੀ ਇਹਨੂੰ ਨਾ ਸਮਝੋ ਵੀ ਲੋਕਾਂ ਦੇ ਬੱਚਿਆਂ ਵਰਗਾ ਬੱਚਾ ਹੈ। ਇਹ ਬਿਨਾ ਪੜ੍ਹੇ ਪੜ੍ਹਾ ਰਿਹਾ ਹੈ ਸਭ ਨੂੰ, ਲੋਕਾਈ ਨੂੰ ਤਾਰਨ ਆਇਆ ਹੈ। ਸਾਰੇ ਇਲਮ ਪੈਦਾ ਕਰਨ ਵਾਲਾ ਪਰਮੇਸ਼ਵਰ, ਵਿਦਿਆ ਪੈਦਾ ਕਰਨ ਵਾਲਾ ਗੁਰੂ ਨਾਨਕ ਬਣ ਕੇ ਆਇਆ ਹੈ। ਕਹਿੰਦਾ ਇਸ ਪੜ੍ਹਨੇ ਕੇ ਪਰਹੋ ਨਾ ਖਿਆਲੇ, ਸਭ ਕਰਤਾ ਜੋ ਵਿਦਿਆ ਜਾਲੇ। ਇਹ ਨਹੀਂ ਵੀ ਮੇਰੇ ਪਾਸੋਂ ਹਟਾ ਕੇ ਕਿਸੇ ਹੋਰ ਵਿਦਿਆਲੇ ਲੈ ਜਾਓ। ਇਹ ਖਿਆਲ ਕੱਢ ਦਿਓ ਮਨ ਵਿੱਚ, ਇਹਨੂੰ ਪੜ੍ਹਾਉਣ ਵਾਲਾ ਦੁਨੀਆ ਨੇ ਕੋਈ ਪੈਦਾ ਨਹੀਂ ਕੀਤਾ, ਰੂਹੇ ਜ਼ਮੀਨ ਤੇ ਆਇਆ ਕੋਈ ਨਹੀਂ ਹੈ। ਖਿਆਲ ਛੱਡੋ ਤੇ ਇਹਨੂੰ ਘਰ ਨੂੰ ਲੈ ਜਾਓ। ਉਹ ਲੈ ਗਏ ਘਰ ਨੂੰ। ਮਹਿਤਾ ਕਾਲੂ ਜੀ ਕੋਲ ਬੈਠੇ ਨੇ। ਕਹਿੰਦੇ ਫਰਜ਼ੰਦ ਪੰਡਿਤ ਗੋਪਾਲ ਜੀ ਨੇ, ਪਾਂਧਾ ਜੀ ਨੇ ਆਖਿਆ ਹੈ ਵੀ ਤੁਸੀਂ ਪ੍ਰਵੀਨ ਬੜੇ ਹੋ ਸੁਰਤ ਤੋਂ, ਪਰ ਮੈਨੂੰ ਕਿਵੇਂ ਯਕੀਨ ਹੋਵੇ ਜੇ ਵਾਕਿਆ ਹੀ ਉੱਜਲ ਬੁੱਧੀ ਹੈ। ਆਮ ਘਰਾਂ ਦੇ ਵਿੱਚ ਗੀਤਾ ਪੜ੍ਹੀ ਜਾਂਦੀ ਹੈ ਭਗਵਤ, ਤੁਸੀਂ ਸਬਤ ਸ਼ਲੋਕੀ ਗੀਤਾ ਦਾ ਕੋਈ ਮੈਨੂੰ ਅਰਥ ਕਰਕੇ ਹੀ ਸੁਣਾ ਦਿਓ। ਹਰੇ ਗਲੂਏ 'ਚ ਬੋਲ ਸਨ ਮਹਿਤਾ ਕਾਲੂ ਦੇ। ਗੁਰੂ ਨਾਨਕ ਸਾਹਿਬ ਦੇ ਅੰਦਰੋਂ ਭੰਡਾਰਾ ਪ੍ਰਗਟ ਹੋਇਆ ਬਾਣੀ ਦਾ। ਕਵੀ ਸੰਤੋਖ ਸਿੰਘ ਲਿਖਦੇ ਨੇ, ਅਰਥ ਬਖਾਨਿਓ ਸਤਿਗੁਰ ਪੂਰੇ, ਭਵ ਤਾਰਨ ਕੋਹ ਜਿਹੇ ਪਦ ਰੂਰੇ। ਤਾਰਨਹਾਰ ਗੁਰੂ ਨਾਨਕ ਦੇ ਗਲੂਏ 'ਚੋਂ ਸੰਸਕ੍ਰਿਤ ਪ੍ਰਗਟ ਹੋਣ ਲੱਗ ਪਈ। ਹੈਰਾਨ ਰਹਿ ਗਏ ਮਹਿਤਾ ਕਾਲੂ ਜੀ, ਇਹ ਸ਼ਬਦ ਸ਼ਲੋਕੀ ਗੀਤਾ ਦੇ ਅਰਥ ਕਰਨ ਲੱਗ ਪਏ ਨੇ। ਵੇਖੋ ਜਿਹੜੇ ਗੀਤਾ ਪੜ੍ਹਦੇ ਨੇ ਨਾ ਭਗਵਤ ਗੀਤਾ ਵਿੱਚੋਂ ਸਾਰ ਰੂਪ ਜਿਹੜੇ 7 ਸ਼ਲੋਕ ਨੇ ਉਹਨਾਂ ਦੀ ਬਾਤ ਹੈ, ਬੜੇ ਕਠਿਨ ਨੇ। ਸਰਵਤ ਕਵਿਅੰਗ ਸਰਵਸਯ, ਇਹ ਤਕਰੀਬਨ 7 ਸ਼ਲੋਕ ਨੇ ਉਹਦੇ ਮੁੱਖ। ਖੈਰ
ਮਹਿਤਾ ਕਾਲੂ ਜੀ ਹੈਰਾਨ ਰਹਿ ਗਏ ਇਹ ਵਿਦਿਆ ਗਲੂਏ ਮੁਬਾਰਕ ਚ ਉਹਨਾਂ ਦੇ ਪ੍ਰਗਟ ਹੋਈ ਵੇਖ ਕੇ। ਇਹ ਫਿਰ ਕੀ ਸਮਝ ਲੱਗੀ ਸਿੱਖਾ ਤੈਨੂੰ, ਗੁਰ ਕੀ ਕਰਨੀ ਕਾਹੇ ਧਾਵਹੋ, ਨਾਨਕ ਗੁਰਮਤਿ ਸਾਚ ਸਮਾਵਹੋ। ਕਦੇ ਭੁਲੇਖਾ ਨਾ ਖਾਈ ਵੀ ਤੂੰ ਗੁਰੂ ਨਾਨਕ ਵਰਗਾ ਹੋ ਸਕਦਾ ਹੈ। ਕੀਟ ਦਾ ਮੁਕਾਬਲਾ ਖੁਦਾ ਨਾਲ ਨਹੀਂ ਹੁੰਦਾ। ਸੋ ਕਹਿ ਦੇਣਾ ਗੁਰੂ ਨਾਨਕ ਸਾਹਿਬ ਨੇ ਇੱਥੋਂ ਵਿਦਿਆ ਲਈ ਉੱਥੋਂ ਲਈ ਨਹੀਂ, ਤੁਹਾਡੇ ਮੇਰੇ ਬੱਚਿਆਂ ਵਰਗਾ ਨਹੀਂ ਹੈ। ਵਿਦਿਆ ਲਈ ਨਹੀਂ, ਵਿਦਿਆ ਬਖਸ਼ਣ ਆਏ ਨੇ, ਹਰ ਇਲਮ ਨੂੰ ਜਾਣਨ ਵਾਲੇ ਨੇ। ਗੁਰੂ ਗੋਬਿੰਦ ਸਿੰਘ ਨੂੰ ਪੁੱਛੋ ਰਹਿਬਰਾਂ ਨੂੰ ਵਿਦਿਆ ਕਿੱਥੋਂ ਪ੍ਰਗਟ ਹੁੰਦੀ ਹੈ, ਕਿ ਪੜ੍ਹਨ ਦੀ ਲੋੜ ਹੈ? ਕਹਿੰਦੇ ਨਹੀਂ, ਸ਼ਰੀਅਤ ਪਰਸਤੋ ਫਜ਼ੀਲਤ ਮੁਆਬ ਹਕੀਕਤ ਸ਼ਾਨਾਸੋ ਨਬੀਉਲ ਕਿਤਾਬ। ਨਬੀਆਂ ਨੂੰ ਕਿਤਾਬ ਅਕਾਲ ਪੁਰਖ ਦੇ ਹੁਕਮ 'ਚ ਪ੍ਰਗਟ ਹੁੰਦੀ ਹੈ, ਵਿਦਿਆ ਉੱਤੋਂ ਉਤਰਦੀ ਹੈ। ਐਸੇ ਮੇਰੇ ਗੁਰੂ ਨਾਨਕ ਸਾਹਿਬ ਦਾ ਮਰਾਤਬਾ ਹੈ, ਰੁਤਬਾ ਹੈ। ਉਹਨਾਂ ਵਰਗਾ ਦੂਸਰਾ ਕੋਈ ਇਸ ਰੂਹੇ ਜ਼ਮੀਨ ਨੇ ਪ੍ਰਗਟ ਨਹੀਂ ਕੀਤਾ। ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਸਤਿਗੁਰ ਹੈ ਬੋਹੇ ਥਾ, ਵਿਰਲਾ ਕਿਨੈ ਵਿਚਾਰਿਆ ਕਰ ਕਿਰਪਾ ਪਾਰ। ਉਤਾਰਿਆ ਦੁਨੀਆ ਨੂੰ ਤਾਰਨਹਾਰ ਪਾਤਸ਼ਾਹ ਪ੍ਰਗਟ ਹੋਏ।